व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਕੀ ਹੈ ਅੱਜ ਦਾ ਰਾਜਸੀ ਮੁੱਦਾ? ਦੇਖੋ, ਅਸੀਂ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਗਾਜ਼ਾ ਦੇ ਵਿੱਚ ਬੇਰੋਕ ਟੋਕ ਬੱਚਿਆਂ, ਬੀਬੀਆਂ, ਸਧਾਰਨ ਲੋਕਾਂ ਦਾ ਟੈਂਕਾਂ, ਤੋਪਾਂ ਦੇ ਗੋਲਿਆਂ ਦੇ ਨਾਲ ਮਰਡਰ ਚੱਲ ਰਿਹਾ ਹੈ ਇਜ਼ਰਾਈਲੀ ਫੌਜ ਵੱਲੋਂ, ਅਸੀਂ ਉਸ ਦਰਦ ਨੂੰ ਵੀ ਮਹਿਸੂਸ ਕਰਦੇ ਹਾਂ। ਉਸ ਬਾਰੇ ਅਸੀਂ 2 ਵਾਰ ਡਿਫਰੈਂਟ ਟਾਈਮਸ ਤੇ ਪ੍ਰੋਗਰਾਮ ਵੀ ਕੀਤੇ ਨੇ ਜੀ। ਔਰ ਇਜ਼ਰਾਈਲ ਤੇ ਜਿਸ ਰਸਤੇ ਤੇ ਤੁਰਿਆ ਹੈ ਉਹ ਤਾਂ ਆਤਮਘਾਤੀ ਰਸਤਾ ਹੈ। ਹਾਲਾਂ ਉਹਨਾਂ ਨੂੰ ਭੁੱਲ ਗਿਆ ਕਿ ਆਪ ਉਹ ਕਿਸ ਹਾਲਾਤ ਚੋਂ ਲੰਘੇ ਸਨ। ਰੋਜ਼ ਇਹ ਜ਼ੁਲਮ ਉਹ ਨਾਜ਼ੀਆਂ ਵਾਂਗ ਉਹਨਾਂ ਤੇ ਕਰ ਰਹੇ ਨੇ। ਪਰ ਮੈਨੂੰ ਇੱਕ ਅਮਰੀਕਨ ਹੋਣ ਦੇ ਨਾਤੇ ਅਮਰੀਕਾ ਵਿੱਚ ਬੈਠਿਆਂ ਅਮਰੀਕਾ ਦੀ ਸਰਕਾਰ ਤੇ ਔਰ ਇਹਨਾਂ ਦੀ ਨੀਤੀ ਔਰ ਜਿਸ ਤਰੀਕੇ ਨਾਲ ਇਹ ਸਾਇਲੈਂਟ ਸਪੈਕਟੇਟਰ ਬਣੇ ਹੋਏ ਨੇ ਜਾਂ ਸਪੋਰਟ ਕਰ ਰਹੇ ਨੇ ਇਜ਼ਰਾਈਲ ਦੀ ਨੀਤੀ ਨੂੰ, ਉਹ ਬੜਾ ਦੁਖਦਾਈ ਹੁੰਦਾ। ਉਹ ਬਹੁਤ ਝਟਕਾ ਦਿੰਦਾ ਹੈ ਮੈਨੂੰ ਕਿ ਵੀ ਇਹ ਮੁਲਕ ਜਿਹੜਾ ਹੈ ਜਿਹਨੂੰ ਚੈਂਪੀਅਨ ਹਿਊਮਨ ਰਾਈਟਸ ਦਾ ਮੰਨਿਆ ਜਾਂਦਾ ਸੀ ਜੀ, ਔਰ ਇਹਦੇ 'ਚ ਇਸ ਤੋਂ ਵੀ ਵੱਧ ਅਫਸੋਸ ਇਹ ਹੁੰਦਾ ਹੈ ਵੀ ਜਿਹੜੀਆਂ ਕਦੇ ਇਸ ਮੁਲਕ ਦੇ ਵਿੱਚ ਆਵਾਜ਼ਾਂ ਸੀ, ਜਿਹੜੀਆਂ ਮਨੁੱਖੀ ਹੱਕ ਦੀ ਗੱਲ ਕਰਦੀਆਂ ਸੀ, ਕਿਤਾਬਾਂ ਲਿਖਦੀਆਂ ਸੀ, ਉਹਨਾਂ 'ਚੋਂ ਵੀ ਬਹੁਤ ਸਾਰੀਆਂ ਆਵਾਜ਼ਾਂ ਜਾਂ ਚੁੱਪ ਨੇ ਤੇ ਜਾਂ ਇਜ਼ਰਾਈਲ ਦੀ ਨੀਤੀ ਦੀ ਹਮਾਇਤ ਕਰ ਰਹੀਆਂ ਨੇ ਜੀ। ਅੱਜ ਕੱਲ੍ਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦੀ ਐਂਬੈਸਡਰ ਜਿਹੜੀ ਹੈ ਉਹਦਾ ਨਾਂ ਸਮਾਂਥਾ ਪਾਵਰ ਹੈ। ਇਹ UN ਦੇ ਵਿੱਚ ਐਂਬੈਸਡਰ ਹੈ ਅਮਰੀਕਾ ਦੀ ਜੀ। ਔਰ ਇਹਨੇ ਸਮਾਂਥਾ ਪਾਵਰ ਨੇ 2002 ਦੇ ਵਿੱਚ ਰਵਾਂਡਾ 'ਚ ਜੋ ਕੁਝ ਹੋਇਆ ਉਸ ਨੂੰ ਐਕਸਪੋਜ਼ ਕਰਦੇ, ਉਦੋਂ ਕਲਿੰਟਨ ਪ੍ਰੈਜ਼ੀਡੈਂਟ ਸੀ, ਕਿ ਵੀ ਕਿਵੇਂ ਇਹ ਜਿਹੜੀ ਸਾਰਾ ਪਾਰਟ ਹੈ ਇਸ ਨੂੰ ਉਹਨੇ ਕਿਤਾਬ ਲਿਖੀ ਸੀ ਜਿਹਦਾ ਨਾਂ ਸੀ ਏ ਪ੍ਰੋਬਲਮ ਫਰੋਮ ਹੈਲ, ਅਮਰੀਕਾ ਐਂਡ ਦਾ ਏਜ ਆਫ ਜੈਨੋਸਾਈਡ, 2003। ਉਦੋਂ ਕਲਿੰਟਨ ਨਹੀਂ ਸੀ ਪਰ ਇਹ ਕਿਤਾਬ 2003 ਦੇ ਵਿੱਚ ਆਈ। ਤੇ ਜਦੋਂ ਰਵਾਂਡਾ ਦੀ ਸਮੱਸਿਆ ਹੋਈ ਤਾਂ ਉਦੋਂ ਕਲਿੰਟਨ ਪ੍ਰੈਜ਼ੀਡੈਂਟ ਸੀ। ਰਵਾਂਡਾ ਦੇ ਵਿੱਚ ਲਗਭਗ 1 ਮਿਲੀਅਨ ਲੋਕ ਮਾਰੇ ਗਏ। ਸੋ ਕਿਤਾਬ 2003 'ਚ ਪਬਲਿਸ਼ ਹੋਈ, ਪਰ ਇਹ ਹੈ ਕਲਿੰਟਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਬਿਲਕੁਲ ਨਾ ਪੱਖੀ ਨੀਤੀ ਸੀ ਕਿ ਉਹਨੇ ਇੰਟਰਵੀਨ ਨਹੀਂ ਕੀਤਾ। ਸੋ ਉਹਨੇ ਕਿਤਾਬ ਲਿਖੀ ਸਮਾਂਥਾ ਨੇ, ਪ੍ਰੋਬਲਮ ਫਰੋਮ ਹੈਲ, ਅਮਰੀਕਾ ਐਂਡ ਦਾ ਏਜ ਆਫ ਜੈਨੋਸਾਈਡ, ਕਿ ਕਿਵੇਂ ਜੈਨੋਸਾਈਡ ਹੋਇਆ। ਔਰ ਪਹਿਲੀ ਵਾਰ ਸੀ ਕਿ ਰਵਾਂਡਾ 'ਚ ਇਸ ਵੱਡੇ ਪੈਮਾਨੇ ਤੇ 1 ਮਿਲੀਅਨ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜੈਨੋਸਾਈਡ ਸ਼ਬਦ ਕਾਫੀ ਵਰਤਿਆ ਜਾਣ ਲੱਗਾ ਜੀ। ਹੁਣ ਇਹੀ ਸਮਾਂਥਾ ਪਾਵਰ ਅਮਰੀਕਾ ਦੀ ਐਂਬੈਸਡਰ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਔਰ ਜਦੋਂ ਗਾਜ਼ਾ ਦੇ ਵਿੱਚ ਉਹ ਜਿਹਾ ਹੀ ਜੈਨੋਸਾਈਡ ਹੋ ਰਿਹਾ। ਸੋ ਇਹਦੀ ਜਿਹੜੀ ਸਾਇਲੈਂਸ ਹੈ ਜਾਂ ਉਸ ਦਾ ਇਜ਼ਰਾਈਲ ਨੂੰ ਡਿਫੈਂਡ ਕਰਨਾ ਹੈ ਅਮਰੀਕਾ ਦਾ, ਉਸ ਬਾਰੇ ਇੱਕ ਪ੍ਰਸਿੱਧ ਮੈਗਜ਼ੀਨ ਕਾਰਵਾਂ ਦੇ ਵਿੱਚ ਸੈਫਪੋਰ ਉਲਰਿਚ ਇੱਕ ਰਾਈਟਰ ਹੈ, ਇੰਡੀਪੈਂਡੈਂਟ ਫਰੀਲਾਂਸਰ, ਉਹਨੇ ਇੱਕ ਆਰਟੀਕਲ ਲਿਖਿਆ। ਇਹ ਬਰੀਫ ਹੈ ਤੇ ਮੈਨੂੰ ਇਹ ਲੱਗਾ ਕਿ ਵੀ ਇਹ ਸਾਡੀਆਂ ਭਾਵਨਾਵਾਂ ਨੂੰ ਆਵਾਜ਼ ਦੇ ਰਹੇ। ਅਸੀਂ ਬੇਸ਼ੱਕ ਆਪਣੀ ਜਿਹੜੀ ਹੈ ਜ਼ਬਾਨ ਦੇ ਵਿੱਚ ਵੀ ਗੱਲਾਂ ਕਹਿੰਦੇ, ਲੇਕਿਨ ਕਈ ਵਾਰ ਜਿਹੜੇ ਲੋਕ ਸਾਡੀ ਤਰ੍ਹਾਂ ਸੋਚਦੇ ਨੇ ਕਿ ਵੀ ਅਮਰੀਕਾ ਔਰ ਇਹ ਸਮਾਂਥਾ ਪਾਵਰ ਵਰਗੀ ਲੇਡੀ ਜਿਹਨੇ ਭੰਨਿਆ ਸੀ ਚੰਗੀ ਤਰ੍ਹਾਂ ਅਮਰੀਕਨ ਗਵਰਨਮੈਂਟ ਨੂੰ, ਕਲਿੰਟਨ ਦੀ ਨੂੰ, ਕਿ ਉਹਨਾਂ ਨੇ ਸਾਇਲੈਂਟ ਰਹਿ ਕੇ ਰਵਾਂਡਾ ਦੇ ਵਿੱਚ ਇੰਨਾ ਜੈਨੋਸਾਈਡ ਕਰਵਾਇਆ, ਜੋ ਖੁਦ ਐਂਬੈਸਡਰ ਹੈ ਲੇਕਿਨ ਕਿਹਨਾਂ ਨੂੰ ਡਿਫੈਂਡ ਕਰ ਰਹੀ ਹੈ। ਸੋ ਇਸ ਆਰਟੀਕਲ ਦਾ ਨਾਮ ਹੈ ਸਮਾਂਥਾ ਪਾਵਰ ਐਂਡ ਦਾ ਏਜ ਆਫ ਜੈਨੋਸਾਈਡ ਜੀ। ਸੋ ਇਸ ਦੇ ਥੱਲੇ ਇਸ ਆਰਟੀਕਲ ਦੇ ਵਿੱਚ ਇਹ ਲਿਖਿਆ ਕਿ ਇਨ ਹਰ ਐਕਲੇਮਡ ਬੁੱਕ ਏ ਪ੍ਰੋਬਲਮ ਫਰੋਮ ਹੈਲ, ਅਮਰੀਕਾ ਐਂਡ ਦਾ ਏਜ ਆਫ ਜੈਨੋਸਾਈਡ, ਪਬਲਿਸ਼ਡ ਇਨ 2003, Samantha Power, current American ambassador to United Nations, sharply criticized the United States' deliberate inaction and its failure to prevent a genocide in Rwanda where up to 1 million lives were lost। ਇਹ ਮੈਂ ਐਕਸਪਲੇਨ ਕੀਤਾ ਕਿ ਆਪਣੀ ਇਸ ਕਿਤਾਬ 'ਚ ਇਹਨੇ ਸਮੰਥਾ ਨੇ ਬਹੁਤ ਆਲੋਚਨਾ ਕੀਤੀ ਸੀ ਅਮਰੀਕਾ ਦੀ ਕਿ ਰਵਾਂਡਾ 'ਚ ਉਹਨੇ ਜੈਨੋਸਾਈਡ ਹੋਣ ਦਿੱਤਾ ਜਿਹਦੇ 'ਚ ਕਿ 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਜੀ। As she explains it, Washington simply was not interested in stopping the death toll। ਜਿਵੇਂ ਉਹਨੇ ਕਿਤਾਬ 'ਚ ਕਿਹਾ ਹੈ ਕਿ ਜੀ ਵਾਸ਼ਿੰਗਟਨ ਜਿਹੜਾ ਇਸ ਗੱਲ 'ਚ ਦਿਲਚਸਪੀ ਨਹੀਂ ਸੀ ਰੱਖਦਾ ਕਿ ਇਹਨਾਂ ਮੌਤਾਂ ਨੂੰ ਰੋਕਿਆ ਜਾਏ। The thinking in Washington was, ਵਾਸ਼ਿੰਗਟਨ 'ਚ ਇਹ ਸੋਚ ਸੀ, quote, look, if something happens in Rwanda, Burundi, we don't care. Take it off the list. It's not US national interest, is not involved. And you know, why can't put all these silly humanitarian issues on lists like important problems like the Middle East and North Korea and so on। ਕਿ ਇਹ ਆਪਣੀ ਕਿਤਾਬ 'ਚ ਲਿਖਦੀ ਹੈ ਕਿ ਜੀ ਜਦੋਂ ਇਹ ਇਸ਼ੂ ਆਇਆ ਤੇ ਇਹ ਅੰਦਰਲਿਆਂ ਨੇ ਕਿਹਾ ਹੋਏਗਾ ਕੀ ਹੋ ਰਿਹਾ ਰਵਾਂਡਾ 'ਚ, ਬਰੂੰਡੀ 'ਚ, ਵੀ ਡੋਂਟ ਕੇਅਰ, ਸਾਨੂੰ ਕੀ ਪਰਵਾਹ ਹੈ, ਇਹ ਛੱਡੋ ਇਹ ਸਾਰਿਆਂ ਨੂੰ, ਇਹਦੇ 'ਚ ਕੋਈ ਸਾਡਾ ਨੈਸ਼ਨਲ ਇੰਟਰਸਟ ਨਹੀਂ ਹੈ, ਮਰਦੇ ਆ ਲੋਕ ਮਰਨ ਦਿਓ। ਪਰ ਜਿਹੜੇ ਬਾਕੀ ਇਸ਼ੂ ਨੇ
ਉਹ ਮਿਡਲ ਈਸਟ, ਨਾਰਥ ਕੋਰੀਆ, ਦੂਜਾ ਇਹਨੂੰ ਲਿਆਓ ਤੁਸੀਂ ਫਰੰਟ ਬਰਨਰ ਦੇ ਉੱਤੇ। ਹਿਊਮੈਨੀਟੇਰੀਅਨ ਇਸ਼ੂਜ਼ ਜਿਹੜੇ ਨੇ ਸਿਲੀ ਬੇਵਕੂਫਾਨਾ ਇਸ਼ੂਜ਼ ਨੂੰ ਛੱਡੋ। ਜੀ ਵਾਸ਼ਿੰਗਟਨ ਹੈਡ ਫੁੱਲ ਨੌਲੇਜ ਆਫ ਦਾ ਪੋਟੈਂਸ਼ੀਅਲ ਫॉर ਜੈਨੋਸਾਈਡ। ਇਹ ਲਿਖ ਰਹੀ ਹੁਣ ਕਿਤਾਬ। ਇਨ ਐਨ April 11 ਮੈਮੋ prepared for Frank Wisner, Under Secretary of Defense for Policy, it was pointed out, unless both sides, Hutu and Tutsi, can be convinced to return to the peace process, a massive bloodbath will ensure। ਹੁਣ ਇਹ ਇਹਨੇ ਆਪਣੀ ਕਿਤਾਬ 'ਚ ਕਿਹਾ ਕਿ ਵੀ ਇਹ ਜਿਹੜਾ ਇਨਰ ਮੀਮੋ ਸੀ ਫਰੈਂਕ ਵਿਜ਼ਨਰ ਨੇ, ਜਿਹੜਾ ਉਦੋਂ ਡਿਫੈਂਸ ਪਾਲਿਸੀ ਦਾ ਅੰਡਰ ਸੈਕਟਰੀ ਸੀ, ਉਹਨੇ ਕਿਹਾ ਕਿਉਂਕਿ ਰਵਾਂਡਾ ਦੇ ਵਿੱਚ ਜਿਹੜਾ ਕਤਲੇਆਮ ਇੱਕ ਦੂਜੇ ਦਾ ਕੀਤਾ, ਉਹ ਦੋ ਉੱਥੇ ਕਬੀਲੇ ਨੇ, ਇੱਕ ਹੁਟੂ ਹੈ ਇੱਕ ਤੁਤਸੀ ਹੈ, ਇਹਨਾਂ ਦੀ ਲੜਾਈ ਸੀ। ਔਰ ਇਹ ਇੰਟਰਨਲੀ ਉਹਨਾਂ ਨੇ ਕਿਹਾ ਕਿ ਵੀ ਜੇ ਇਹ ਆਪਸ ਦੇ ਵਿੱਚ ਸਮਝੌਤਾ ਨਹੀਂ ਕਰਦੇ ਤਾਂ ਫਿਰ ਬਹੁਤ ਜ਼ਿਆਦਾ ਬਲੱਡ ਬਾਥ ਹੋਏਗਾ, ਖੂਨ ਵਗੇਗਾ। In the face of media reports of escalating death toll, Washington remained resolute not to stop the killings। ਇਹ ਹੁਣ ਉਹ ਰਵਾਂਡਨ ਜੈਨੋਸਾਈਡ ਦੀ ਗੱਲ ਕਰ ਰਿਹਾ ਹੈ ਆਥਰ ਜੀ, ਕਿ ਖਬਰਾਂ ਆ ਰਹੀਆਂ ਸੀ ਮੀਡੀਆ 'ਚ ਕਿ ਰਵਾਂਡਾ 'ਚ ਕੀ ਹੋ ਰਿਹਾ, ਲੇਕਿਨ ਵਾਸ਼ਿੰਗਟਨ ਸਰਕਾਰ ਨੂੰ ਜਾਂ ਅਮਰੀਕਾ ਦੀ ਕਲਿੰਟਨ ਸਰਕਾਰ ਨੂੰ ਕੋਈ ਫਰਕ ਨਹੀਂ ਸੀ ਪੈਂਦਾ। As dead bodies piled up, Washington's imperative became the avoidance of the term genocide। ਹੁਣ ਜਦੋਂ ਲਾਸ਼ਾਂ ਦੇ ਢੇਰਾਂ ਤੇ ਢੇਰ ਲੱਗਦੇ ਗਏ, ਵਾਸ਼ਿੰਗਟਨ ਹੋਰ ਸਭ ਗੱਲਾਂ ਕਰ ਰਿਹਾ ਸੀ ਪਰ ਜੈਨੋਸਾਈਡ ਸ਼ਬਦ ਨਹੀਂ ਸੀ ਇਸਤੇਮਾਲ ਕਰਨਾ ਚਾਹੁੰਦਾ, ਨਸਲਕੁਸ਼ੀ ਜੀ। The concern was that if the G word was used and the Clinton administration did nothing, what would be the effect on the November congressional elections? ਕਿਉਂਕਿ ਨਵੰਬਰ ਦੇ ਵਿੱਚ ਚੋਣਾਂ ਹੋਣੀਆਂ ਸੀ ਕਾਂਗਰਸ ਦੀਆਂ, ਕਿ ਜੇ ਅਸੀਂ ਜੈਨੋਸਾਈਡ ਸ਼ਬਦ ਇਸਤੇਮਾਲ ਕੀਤਾ ਤੇ ਲੋਕਾਂ ਨੂੰ ਲੱਗਾ ਵੀ ਅਸੀਂ ਇਹਨੂੰ ਰੋਕਣ ਲਈ ਕੁਝ ਨਹੀਂ ਕੀਤਾ, ਤੇ ਫਿਰ ਨਵੰਬਰ ਦੀਆਂ ਚੋਣਾਂ ਦੇ ਵਿੱਚ ਸਾਨੂੰ ਜਿਹੜਾ ਇਸ ਦੀ ਮਾਰ ਪੈ ਸਕਦੀ ਹੈ ਜੀ। ਪਾਵਰ ਐਕਸਪਲੇਨਸ ਦਾ ਟਰਮ ਜੈਨੋਸਾਈਡ। ਹੁਣ ਇਹ ਜਿਹੜੀ ਅੱਜ ਆਪ UN ਐਂਬੈਸਡਰ ਬਣੀ ਹੋਈ ਹੈ ਸਮੰਥਾ ਪਾਵਰ, ਉਹ ਐਕਸਪਲੇਨ ਕਰ ਰਹੀ ਹੈ ਵੀ ਜੈਨੋਸਾਈਡ ਕੀ ਹੈ। ਰੈਫਲ ਲੈਮਕਿਨ ਵਾਸ ਲੁਕਿੰਗ ਫॉर ਐਨ ਆਲ encompassing word that would describe the assault on all aspects of nationhood, physical, biological, political, social, cultural, economic and religious। ਕਿ ਇਹ ਜਿਹੜੇ ਸਾਰੇ ਆਸਪੈਕਟਸ ਦੇ ਉੱਤੇ ਹਮਲਾ ਹੈ, ਇਹ ਰੈਫੇ ਲੈਮਕਿਨ ਨੇ ਇਸ ਸਾਰੇ ਨੂੰ ਕਨਕਲੂਡ ਕੀਤਾ ਹੈ ਕਿ ਜਦੋਂ ਸਰੀਰਕ ਤੌਰ ਤੇ ਬਾਇਓਲੋਜੀਕਲੀ ਤੁਹਾਡੇ ਵਿਰਸੇ ਦੇ ਉੱਤੇ ਜਿਹੜਾ ਬਾਇਓਲੋਜੀਕਲ ਹੈ, ਸਿਆਸੀ, ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਧਾਰਮਿਕ ਹਮਲੇ ਹੋਣ ਪੂਰੀ ਤਰ੍ਹਾਂ ਤੁਹਾਨੂੰ ਡਿਸਟਰੋਏ ਕਰਨ ਲਈ, ਉਹ ਜੈਨੋਸਾਈਡ। ਵੈਸੇ ਇਹ ਸਾਰੀਆਂ ਚੀਜ਼ਾਂ ਸਿੱਖਾਂ ਦਾ ਜਿਹੜਾ ਜੈਨੋਸਾਈਡ ਹੋ ਰਿਹਾ ਉਹਦੇ ਦੇ ਉੱਤੇ ਵੀ ਢੁਕਦੀਆਂ ਕਿ ਕਿਵੇਂ ਉਹਨਾਂ ਨੇ ਇਹ ਸਾਰੇ ਹੀ ਹਥਿਆਰ ਵਰਤੇ ਨੇ, ਫਿਜ਼ੀਕਲ, ਬਾਇਓਲੋਜੀਕਲ, ਪੋਲੀਟੀਕਲ, ਸੋਸ਼ਲ, ਕਲਚਰਲ, ਇਕਨੋਮਿਕਲ ਔਰ ਰਿਲੀਜੀਅਸ ਜੀ। He wanted to connote not only full-scale extermination but also other means of destruction, ਕਿ ਇਹਦੇ 'ਚ ਕਿਸੇ ਨੂੰ ਨੇਸਤੋ ਨਾਬੂਦ ਕਰਨ ਦੇ ਲਈ ਜਿਹੜੇ ਦੂਸਰੇ ਤਰੀਕੇ ਨੇ, ਮਾਸ ਡਿਪੋਰਟੇਸ਼ਨ, ਉਹਨਾਂ ਨੂੰ ਕੱਢ ਦਿਓ ਉੱਥੋਂ। ਦਾ ਲੋਅਰਿੰਗ ਆਫ ਬਰਥ ਰੇਟ ਬਾਈ ਸੈਪਰੇਟਿੰਗ ਮੈਨ ਫਰਮ ਵਿਮਨ, ਜੇ ਮਰਦ ਔਰਤਾਂ ਨੂੰ ਅੱਡ ਕਰ ਦਿਓ ਬੱਚੇ ਨਹੀਂ ਜੰਮਣਗੇ, ਤੇ ਇਸ ਤਰ੍ਹਾਂ ਵੀ ਉਹਨਾਂ ਦੀ ਆਬਾਦੀ ਘਟਾਈ ਜਾਏਗੀ। ਇਕਨੋਮਿਕਲ ਐਕਸਪਲੋਇਟੇਸ਼ਨ, ਆਰਥਿਕ ਤੌਰ ਤੇ ਉਹਨਾਂ ਦਾ ਸ਼ੋਸ਼ਣ ਕਰੋ। ਪ੍ਰੋਗਰੈਸਿਵ ਸਟਾਰਵੇਸ਼ਨ, ਉਹਨਾਂ ਨੂੰ ਆਰਥਿਕ ਤੌਰ ਤੇ ਇਹ ਹਾਲ ਕਰ ਦਿਓ ਕਿ ਉਹ ਮਰਨ ਭੁੱਖੇ ਜਾਂ ਆਤਮਘਾਤ ਕਰਨ, ਜਿਵੇਂ ਪੰਜਾਬ ਦੇ ਕਿਸਾਨ ਕਰਦੇ ਨੇ ਜੀ। ਐਂਡ ਦਾ ਸੁਪਰੈਸ਼ਨ ਆਫ ਦਾ ਇੰਟੈਲੀਜੈਂਸ਼ੀਆ ਹੂ ਸਰਵਡ ਐਜ਼ ਨੈਸ਼ਨਲ ਲੀਡਰਸ, ਕਿ ਜਿਹੜੇ ਸੋਚਵਾਨ ਨੇ, ਬੁੱਧੀਜੀਵੀ ਨੇ, ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿਓ, ਜਿਵੇਂ ਪੰਜਾਬ ਦੇ ਵਿੱਚ ਲਗਾਤਾਰਤਾ ਦੇ ਨਾਲ ਅੱਜ ਵੀ ਹੋ ਰਿਹਾ ਵੀ ਜਿਹੜਾ ਉਹਨਾਂ ਨੂੰ ਲੱਗਦਾ ਵੀ ਲੋਕਾਂ 'ਚ ਜਾ ਕੇ ਗੱਲ ਕਰ ਸਕਦਾ, ਉਹਦੇ ਤੇ ਕੋਈ ਨਾ ਕੋਈ ਹਥਿਆਰ ਪਾਓ, ਉਹਨੂੰ ਜੇਲ੍ਹ ਦੇ ਅੰਦਰ ਤੁੰਨ ਦਿਓ ਜੀ। Power successfully describes in detail the horrific 1994 genocide in Rwanda and condemnation of America's inaction। ਕਿ ਵੀ ਇਹਨੇ ਪਾਵਲ ਨੇ ਕਿੰਨਾ ਕੇਸ ਬਣਾਇਆ ਕਿ ਕਿਵੇਂ 1994 ਦੇ ਵਿੱਚ ਰਵਾਂਡਾ ਦੇ ਵਿੱਚ ਨਸਲਕੁਸ਼ੀ ਹੋਈ ਔਰ ਕਿਵੇਂ ਸਰਕਾਰ ਚੁੱਪ ਰਹੀ। 1 million lives too late in November 1994, UNSC Resolution 955 set up the International Criminal Tribunal for Rwanda to judge those responsible for the massive genocide and crimes against humanity। ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਮਤਾ 1955 ਜਦੋਂ ਕੀਤਾ, ਉਦੋਂ ਤੱਕ 1 ਮਿਲੀਅਨ 10 ਲੱਖ ਤੋਂ ਜ਼ਿਆਦਾ ਲੋਕ ਮਰ ਚੁੱਕੇ ਸੀ। ਫਿਰ ਇਹਨਾਂ ਨੇ ਇੱਕ ICC ਬਣਾ ਦਿੱਤਾ, ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ, ਕਿ ਜੀ ਉਹ ਦੱਸੋ ਕਿਹੜੇ ਦੋਸ਼ੀ ਨੇ। ਪਰ ਅਮਰੀਕਾ ਜੋ ਦੋਸ਼ੀ ਹੈ ਇਹਦੇ ਮੁਤਾਬਕ ਸਮਰੱਥਾ ਪਾਵਰ ਦੇ, ਕਿ ਉਹਨਾਂ ਨੇ ਉਦੋਂ ਕੁਝ ਨਹੀਂ ਸੀ ਕੀਤਾ।
ਹੁਣ ਇਹ ਉਹਦੇ ਤੇ ਫੋਕਸ ਕਰ ਰਹੀ ਹੈ ਰਾਈਟਰ ਜੀ 20 years after ਰਵਾਂਡਾ, 20 ਸਾਲ ਬਾਅਦ ਰਵਾਂਡਾ ਦੇ, ਕਿਉਂਕਿ ਹੁਣ 2014 1994 ਚ ਰਵਾਂਡਾ ਜੈਨੋਸਾਈਡ ਹੋਇਆ। ਜੀ The genocide in Gaza is ignored। ਜਿਵੇਂ 20 ਸਾਲ ਪਹਿਲਾਂ ਜੋ ਕੁਛ ਰਵਾਂਡਾ 'ਚ ਹੋ ਰਿਹਾ ਸੀ ਉਹਨੂੰ ਇਗਨੋਰ ਕੀਤਾ ਅਮਰੀਕਾ ਨੇ, ਅੱਜ 20 ਸਾਲ ਬਾਅਦ ਜੋ ਗਾਜ਼ਾ 'ਚ ਹੋ ਰਿਹਾ ਉਹਨੂੰ ਇਗਨੋਰ ਕੀਤਾ ਜਾ ਰਿਹਾ। ਜੀ Samantha Power has either lost all memory or she has lost all humanity, but without a doubt she is completely void of integrity and complicit in the crime against Palestinians। ਹੁਣ ਉਹੀ ਰਾਈਟਰ ਜਿਹੜੀ 20 ਸਾਲ ਪਹਿਲਾਂ ਕੀਰਨੇ ਪਾ ਰਹੇ ਸੀ ਕਿ ਵੀ ਰਵਾਂਡਾ ਦੇ ਵਿੱਚ ਮਰ ਰਹੇ ਨੇ, ਨਸਲਕੁਸ਼ੀ ਹੋ ਰਹੀ, ਅਮਰੀਕਾ ਕਿਉਂ ਚੁੱਪ ਹੈ, ਅੱਜ ਉਹ ਖੁਦ ਐਂਬੈਸਡਰ ਹੈ ਤੇ ਅੱਜ ਇਹ ਰਾਈਟਰ ਕਹਿੰਦਾ ਹੈ ਕਿ ਵੀ ਜੇ ਅੱਜ ਜਾਂ ਤਾਂ ਉਹਦੀ ਯਾਦਾਸ਼ਤ ਖਤਮ ਹੋ ਗਈ, ਜੀ ਸਮੰਥਾ ਪਾਵਰ ਹੈਜ਼ ਲੋਸਟ ਆਲ ਮੈਮਰੀ ਔਰ ਸ਼ੀ ਹੈਜ਼ ਲੋਸਟ ਆਲ ਹਿਊਮੈਨਿਟੀ, ਜਾਂ ਉਹਦੇ ਵਿਚਲੀ ਸਾਰੀ ਇਨਸਾਨੀਅਤ ਮਰ ਗਈ। ਜੀ ਬਟ ਵਿਦਾਊਟ ਏ ਡਾਊਟ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸ਼ੀ ਇਜ਼ ਕੰਪਲੀਟਲੀ ਵੋਇਡ ਆਫ ਇੰਟੈਗਰਿਟੀ, ਕਿ ਅੱਜ ਉਹਦੇ 'ਚ ਕੋਈ ਇੰਟੈਗਰਿਟੀ, ਕੋਈ ਸੱਚਾਈ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਐਂਡ ਕੰਪਲਿਸਿਟ ਇਨ ਦਾ ਕ੍ਰਾਈਮਸ ਅਗੇਂਸਟ ਫਲਸਤੀਨੀਅਨਸ, ਔਰ ਜੋ ਫਲਸਤੀਨੀਅਨ ਦੇ ਨਾਲ ਗਾਜ਼ਾ ਦੇ ਵਿੱਚ ਹੋ ਰਿਹਾ ਹੈ ਉਹਦੇ 'ਚ ਸਮੰਥਾ ਪਾਵਰ ਕੰਪਲਿਸਿਟ ਹੈ, ਦੋਸ਼ੀ ਹੈ, ਉਹਦੇ 'ਚ ਉਹ ਭਾਗੀਦਾਰ ਹੈ। ਔਰ ਅਖੀਰ 'ਚ ਉਹਨੇ ਕਿਹਾ 2 decades later again, prior to November elections, the US is careful to avoid the G word। ਹੁਣ ਫੇਰ ਨਵੰਬਰ ਆ ਰਿਹਾ ਹੈ, ਜੀ ਓਬਾਮਾ ਐਡਮਿਨਿਸਟ੍ਰੇਸ਼ਨ ਔਰ ਗਾਜ਼ਾ ਬਾਰੇ ਉਹ ਜੈਨੋਸਾਈਡ ਸ਼ਬਦ ਇਸ ਲਈ ਨਹੀਂ ਵਰਤਣਾ ਚਾਹੁੰਦੇ ਕਿ ਜਿਵੇਂ ਪਹਿਲਾਂ ਨਹੀਂ ਸੀ ਵਰਤਣਾ ਚਾਹੁੰਦੇ ਕਿ ਨਵੰਬਰ 1994 ਦੀਆਂ ਚੋਣਾਂ ਸੀ ਕਾਂਗਰਸ ਦੀਆਂ, ਤੇ ਹੁਣ ਫੇਰ ਕਿਤੇ ਉਹਦਾ ਜਵਾਬ ਦੇਣਾ ਇਹਨਾਂ ਨੂੰ ਠਹਿਰਾਇਆ ਜਾਏ ਕਿ ਨਸਲਕੁਸ਼ੀ ਹੋ ਰਹੀ ਹੈ ਤਾਂ ਤੁਸੀਂ ਕੀ ਕਰ ਰਹੇ ਹੋ, ਜੀ ਕੀ ਕਰ ਰਹੇ ਸੀ। ਐਜ਼ Israel lawmakers call for genocide and indiscriminate killing of Palestinians under siege, and with calls of rape of Palestinian women, the massacre continues with the full backing, arming and the funding by the United States। ਕਿ ਜਿਹੜੇ ਫਲਸਤੀਨ ਵਿਚਲੇ ਲਾਮੇਕਰ ਨੇ ਉਹ ਤਾਂ ਕਹਿ ਰਹੇ ਨੇ ਵੀ ਕਰੋ ਜੈਨੋਸਾਈਡ, ਇਨਡਿਸਕ੍ਰਿਮੀਨੇਟ, ਫਲਸਤੀਨੀ ਮਾਰ ਦਿਓ ਸਾਰੇ, ਇਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਜ਼ਬਰ ਜਨਾਹ ਕਰੋ ਔਰ ਪੂਰੀ ਜਿਹੜਾ ਇਹਨਾਂ ਦਾ ਖਾਤਮਾ ਕਰ ਦਿਓ। ਔਰ ਇਹ ਜੋ ਕੁਛ ਉੱਥੇ ਗਾਜ਼ਾ 'ਚ ਚੱਲ ਰਿਹਾ ਹੈ ਵਿਦ ਫੁੱਲ ਬੈਕਿੰਗ, ਪੂਰੀ ਉਹਦੀ ਹਮਾਇਤ, ਆਰਮਿੰਗ ਐਂਡ ਫੰਡਿੰਗ ਬਾਈ ਦਾ ਯੂਨਾਈਟਿਡ ਸਟੇਟਸ, ਕਿਉਂਕਿ ਇਜ਼ਰਾਈਲ ਦੁਨੀਆ ਦਾ ਉਹ ਦੇਸ਼ ਹੈ ਜਿਹਨੂੰ ਸਭ ਤੋਂ ਜ਼ਿਆਦਾ ਅਮਰੀਕਾ ਆਰਥਿਕ ਮਦਦ ਵੀ ਦਿੰਦਾ ਹੈ। ਜੀ America has once again exercised its political clout in favor of the perpetrators of crimes against humanity। ਅਮਰੀਕਾ ਨੇ ਇੱਕ ਵਾਰ ਫੇਰ ਆਪਣੀ ਹਮਾਇਤ ਉਹਨੂੰ ਦਿੱਤੀ ਹੈ ਜਿਹੜਾ ਕਿ ਇਨਸਾਨੀਅਤ ਦੇ ਖਿਲਾਫ ਬਜਰ ਜਿਹੜੇ ਗੁਨਾਹ ਨੇ ਔਰ ਨੁਕਸਾਨ ਹੈ ਉਸ ਦੇ ਲਈ ਜ਼ਿੰਮੇਵਾਰ ਹੈ। ਇਟਸ ਵੌਇਸ ਦ ਲੋਨ ਵਨ ਟੂ ਵੋਟ ਅਗੇਂਸਟ ਏ ਕਾਲ to investigation by UN Human Rights Council into Israeli offenses, violations of international law। ਕਿ ਇੱਕੋ ਇੱਕ ਅਮਰੀਕਾ ਦੀ ਆਵਾਜ਼ ਸੀ ਜਿਹੜੀ ਇਜ਼ਰਾਈਲ ਦੇ ਹੱਕ 'ਚ ਸੀ ਜਦੋਂ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ 'ਚ ਮੰਗ ਉੱਠੀ ਕਿ ਇਜ਼ਰਾਈਲ ਦੇ ਖਿਲਾਫ ਜਿਹੜੀ ਹੈ ਇਹ ਵਾਇਓਲੇਸ਼ਨ ਅੰਤਰਰਾਸ਼ਟਰੀ ਲਾਅ ਦੀ ਜਿਹੜਾ ਕਰ ਰਿਹਾ ਹੈ ਉਹਦੀ ਪੜਤਾਲ ਕਰਾਈ ਜਾਏ। ਅਮਰੀਕਾ ਨੇ ਉਹਦੇ ਅਗੇਂਸਟ ਵੋਟ ਪਾਈ। ਐਜ਼ ਦ ਪਾਪੂਲੇਸ਼ਨ ਆਫ ਗਾਜ਼ਾ ਇਜ਼ ਲੈਫਟ ਵਿਦਾਊਟ ਫੂਡ, ਕਲੀਨ ਵਾਟਰ ਐਂਡ ਮੈਡੀਸਨ, and as the annihilation of Palestinians continues, power and her bosses give their full support to Israel's continued crimes against humanity and genocide। ਅੱਜ ਜਦੋਂ ਗਾਜ਼ਾ ਦੀ ਜਿਹੜੀ ਫਲਸਤੀਨੀ ਜਨਤਾ ਹੈ ਉਹਨਾਂ ਕੋਲ ਰੋਟੀ ਨਹੀਂ ਹੈ, ਸਾਫ਼ ਪਾਣੀ ਨਹੀਂ ਹੈ, ਦਵਾਈਆਂ ਨਹੀਂ ਨੇ ਔਰ ਉਹਨਾਂ ਦੀ ਮੁਕੰਮਲ ਤਬਾਹੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਇਹ ਜਿਹੜੀ ਸਮੰਥਾ ਪਾਵਰ ਤੇ ਉਹਦੇ ਜਿਹੜੇ ਬੌਸ ਨੇ ਓਬਾਮਾ, ਉਹਨਾਂ ਨੇ ਪੂਰੀ ਹਮਾਇਤ ਇਜ਼ਰਾਈਲ ਨੂੰ ਦਿੱਤੀ ਹੋਈ ਹੈ, ਜਦੋਂ ਕਿ ਇਜ਼ਰਾਈਲ ਜੋ ਕਰ ਰਿਹਾ ਹੈ ਇਹ ਮਨੁੱਖਤਾ ਦੇ ਖਿਲਾਫ ਅਪਰਾਧ ਹੈ ਔਰ ਨਸਲਕੁਸ਼ੀ ਹੈ। ਔਰ ਅਖੀਰਲੀ ਲਾਈਨ ਉਹਨੇ ਕਹੀ ਹੈ, hypocrisy has never shown such an ugly, shameless face as that of America's ambassador to the UN, Samantha Power, in this age of genocide। ਕਿਹਾ ਵੀ ਅੱਜ ਇਸ ਨਸਲਕੁਸ਼ੀ ਦੇ ਦੌਰ 'ਚ ਹਿਪੋਕ੍ਰੇਸੀ ਕਹਿੰਦੇ ਨੇ ਦੰਭ ਨੂੰ, ਵੀ ਦੰਭ ਦਾ ਇੰਨਾ ਗੰਦਾ ਚਿਹਰਾ, ਅਗਲੀ ਹੁੰਦਾ ਗੰਦਾ, ਇੰਨਾ ਗੰਦਾ, ਸ਼ੇਮਲੈਸ, ਜਿਹਨੂੰ ਕੋਈ ਹਿਆ ਨਹੀਂ ਹੈ, ਬੇਹਿਆ, ਕਿ ਵੀ ਜਿਹੜਾ ਬੇਹਿਆ ਅਗਲੀ ਫੇਸ, ਗੰਦਾ ਫੇਸ ਦੰਭ ਦਾ, ਹਿਪੋਕ੍ਰੇਸੀ ਦਾ, ਪਖੰਡ ਦਾ, ਇਹ ਅਮਰੀਕਾ ਦੀ ਐਂਬੈਸਡਰ ਜਿਹੜੀ ਹੈ ਸਮੰਥਾ ਪਾਵਰ ਇਸ ਵੇਲੇ ਦਿਖਾ ਰਹੀ ਹੈ। ਇਹੋ ਜਿਹਾ
ਜਿਹੜਾ ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਜੀ ਸੋ ਮੈਂ ਸਮਝਦਾ ਵੀ ਕਿਉਂਕਿ ਮੇਰੀਆਂ ਆਪਣੀਆਂ ਭਾਵਨਾਵਾਂ ਗਾਜ਼ਾ ਦੇ ਲੋਕਾਂ ਨਾਲ ਰਾਤ ਸੌਂਦੇ ਆ ਜਾਗਦੇ ਆ ਸਵੇਰੇ ਮੈਂ ਉਸ ਦਰਦ ਨੂੰ ਮਹਿਸੂਸ ਕਰਦਾ ਹਾਂ, ਪੀੜ ਨੂੰ ਮਹਿਸੂਸ ਕਰਦਾ ਹਾਂ। ਜੀ ਚਿਹਰੇ ਪਿਕਚਰਸ ਆ ਰਹੇ ਨੇ, ਬੱਚੇ ਮਾਸੂਮ 15-15 ਬੱਚੇ ਜਿਹੜੇ ਨੇ ਉਹ ਲਾਸ਼ਾਂ ਉਹਨਾਂ ਦੀਆਂ ਪਈਆਂ ਹੋਈਆਂ ਨੇ। ਕੋਈ ਉੱਥੋਂ ਆ ਕੇ UN ਦੇ ਵਿੱਚ ਆ ਕੇ ਸ਼ੈਲਟਰ ਲਈ ਹੈ, ਸਕੂਲਾਂ ਦੇ ਉੱਤੇ ਬੰਬ ਡਿੱਗ ਰਹੇ ਨੇ। ਔਰ ਅਮਰੀਕਾ ਕਿਵੇਂ ਇਹ ਇਤਿਹਾਸ ਨੂੰ ਜਵਾਬ ਦੇਗਾ, ਕਿਉਂਕਿ ਸਿਰਫ ਤੇ ਸਿਰਫ ਇਹੀ ਹੈ ਅਮਰੀਕਾ ਜਿਹਨੇ ਅਨਕੰਡੀਸ਼ਨਲ ਸਪੋਰਟ ਇਜ਼ਰਾਈਲ ਨੂੰ ਦਿੱਤੀ ਹੋਈ ਹੈ। ਜੀ ਸੋ ਵਾਟ ਏ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।